ਭੰਡੀ ਪ੍ਰਚਾਰ ਕਰ ਰਹੇ ਨੇ ਉਹਦਾ ਜਿਹੜਾ ਹੈਗਾ ਜ਼ਰੂਰ ਜਿਹੜਾ ਹੈਗਾ ਜਵਾਬ ਜਿਹੜਾ ਕਿਸਾਨ ਭਰਾ ਜਾਂ ਪਿੰਡ ਵਾਸੀ ਸਾਡੇ ਦੇਣਗੇ। ਪ੍ਰਧਾਨ ਮੰਤਰੀ ਹੈਗੇ ਨੇ ਉਹ ਅਡਾਨੀ ਤੇ ਅੰਬਾਨੀ ਪੂੰਜੀਪਤੀਆਂ ਦੇ ਹੱਥ ਵਿੱਚ ਖੇਡ ਰਹੇ ਹੈਗੇ ਨੇ। ਪਿੱਛੇ ਹੀ ਸੋਮ ਪ੍ਰਕਾਸ਼ ਜੀ ਪਿੱਛੇ ਹੀ ਸਾਰੇ ਜਿੰਨੇ ਬੀਜੇਪੀ ਦੇ ਲੀਡਰ ਹੈਗੇ ਨੇ ਇਹ ਹੁਣ ਤੱਕ ਇਹੀ ਕਹਿੰਦੇ ਰਹੇ ਜੀ ਇੱਕਾ ਦੁੱਕਾ ਕਿਸਾਨ ਹੈਗੇ ਨੇ, ਬਾਕੀਆਂ ਦਾ ਕੋਈ ਜ਼ਿਆਦਾ ਹੋਲ ਨਹੀਂ ਹੈਗਾ। ਤੇ ਇਸ ਕਰਕੇ ਇਹਨਾਂ ਦਾ ਇਹ ਸੀ ਭੜਕਾਊ ਸੀਗਾ ਕਿ ਲੋਕਾਂ ਨੂੰ ਡਰਾ ਧਮਕਾ ਕੇ ਜਿਹੜਾ ਅਸੀਂ ਵਾਪਸ ਭੇਜ ਦਈਏ। ਆਪਣੇ ਸੋਮ ਪ੍ਰਕਾਸ਼ ਜੀ ਹੈਗੇ ਨੇ ਜਿਹੜੇ ਕਿ ਕੇਂਦਰੀ ਮੰਤਰੀ ਹੈਗੇ ਨੇ, ਉਹਨਾਂ ਨੇ ਅੱਜ ਤੱਕ ਇੱਕ ਵਾਰੀ ਵੀ ਕਿਸਾਨ ਭਰਾਵਾਂ ਦੇ ਹੱਕ ਵਿੱਚ ਨਾਰਾ ਨਹੀਂ ਲਾਇਆ। ਆਖਰੀ ਦਮ ਤੱਕ ਜਦ ਤੱਕ ਲੜਾਈ ਜਿੱਤੀ ਨਹੀਂ ਜਾਂਦੀ ਉਦੋਂ ਤੱਕ ਸਾਰੇ ਨਾਲ ਖੜੇ ਹੈਗੇ ਔਰ ਇਹਨਾਂ ਨੂੰ ਇੱਟ ਦਾ ਇੱਟ ਜਿਹੜਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈਗਾ। ਇਹਦੇ ਵਿੱਚ ਕੋਈ ਪਾਰਟੀ ਧਿਰ ਨਹੀਂ ਹੈਗੀ, ਕੋਈ ਅਸੀਂ ਸਾਰੇ ਕਿਸਾਨ ਭਰਾ ਹੈਗੇ ਕਿਉਂਕਿ ਆਪਾਂ ਸਾਰੇ ਪਿੰਡਾਂ ਨੂੰ ਬਿਲੋਂਗ ਕਰਦੇ ਹਾਂ, ਸਾਰੇ ਖੇਤੀ ਕਰਦੇ ਹਾਂ। ਇਸ ਵੇਲੇ ਪੂਰੇ ਦੇਸ਼ ਵਿੱਚ ਭਾਜਪਾ ਦੇ ਖਿਲਾਫ ਜਿਹੜਾ ਕਿ ਬਹੁਤ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਚੱਲ ਰਿਹਾ ਆ, ਜਿੱਥੇ ਕਿ ਇੱਕ ਪਾਸੇ ਕਿਸਾਨਾਂ ਤੇ ਹਮਲੇ ਵੀ ਕਰਵਾਏ ਜਾ ਰਹੇ ਆ ਤੇ ਉਹਨਾਂ ਨਾਲ ਜ਼ਿਆਦਤੀ ਵੀ ਕੀਤੀ ਜਾ ਰਹੀ ਆ, ਜਿਸ ਤੋਂ ਬਾਅਦ ਕਾਫੀ ਲੋਕ ਇਕੱਠੇ ਹੋ ਕੇ ਉਹਨਾਂ ਦਾ ਵਿਰੋਧ ਕਰ ਰਹੇ ਆ। ਹੁਣ ਅਸੀਂ ਗੱਲਬਾਤ ਕਰਾਂਗੇ ਫਗਵਾੜਾ ਤੋਂ ਐਮਐਲਏ ਬਲਵਿੰਦਰ ਸਿੰਘ ਧਾਲੀਵਾਲ, ਜਿਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਜਿਹੜਾ ਕਿ ਕਿਸਾਨਾਂ ਦੀ ਹਮਾਇਤ ਕੀਤੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਇਆ। ਧਾਲੀਵਾਲ ਸਾਹਿਬ, ਜਿਹੜਾ ਬਾਰਡਰ ਦੇ ਉੱਤੇ ਹੁਣ ਇੱਟਾਂ ਰੋਡ ਵੀ ਚਲਾਏ ਜਾ ਰਹੇ ਆ, ਜਿਨ੍ਹਾਂ ਵੱਲੋਂ ਇੱਟਾਂ ਰੋਡੇ ਚਲਾਏ ਗਏ ਉਹਨਾਂ ਦੀਆਂ ਫੋਟੋਆਂ ਵੀ ਆ ਚੁੱਕੀਆਂ ਤੇ ਉਹ ਬੀਜੇਪੀ ਦੇ ਵੱਡੇ ਲੀਡਰਾਂ ਨਾਲ ਦਿਖਾਈ ਦੇ ਰਹੇ ਆ। ਜਦੋਂ ਉਹਨਾਂ ਵੱਲੋਂ ਕਿਸਾਨਾਂ ਤੇ ਹਮਲੇ ਕੀਤੇ ਜਾ ਰਹੇ ਆ ਤੇ ਪੁਲਿਸ ਬੜੀ ਸ਼ਾਂਤਮਈ ਤਰੀਕੇ ਨਾਲ ਖੜੀ ਹੋਈ ਆ, ਕੋਈ ਐਕਸ਼ਨ ਨਹੀਂ ਲੈ ਰਹੀ। ਜਦੋਂ ਕਿਸਾਨ ਆਪਣਾ ਵਿਰੋਧ ਕਰਦੇ ਨੇ ਕਿਸਾਨਾਂ ਤੇ ਡਾਂਗਾ ਭਰਾਈਆਂ ਜਾ ਰਹੀਆਂ, ਕਿਸ ਤਰ੍ਹਾਂ ਦੇਖਦੇ ਹੋ? ਇਹ ਆਪਾਂ ਸਾਰੇ ਪਤਾ ਹੈ ਕਿ ਜਿਹੜਾ ਸੈਂਟਰ ਗਵਰਨਮੈਂਟ ਹੈ, ਜਿਹੜੀ ਬੀਜੇਪੀ ਸਰਕਾਰ ਹੈਗੀ ਆ, ਇਹ ਪਿਛਲੇ ਲਗਭਗ 5-6 ਮਹੀਨਿਆਂ ਤੋਂ ਇਹਨਾਂ ਦੀ ਚਾਲਾਂ ਤੋਂ ਸਾਰੇ ਲੋਕੀ ਜਿਹੜੇ ਹੈਗੇ ਬਾਖੂਬੀ ਜਾਣਕਾਰ ਹੈਗੇ। ਪਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜੇ 26 ਤਰੀਕ ਨੂੰ ਜੋ ਲਾਲ ਕਿਲ੍ਹੇ ਤੇ ਘਟਨਾ ਵਾਪਰੀ ਹੈਗੀ ਹੈ ਉਹ ਸਾਰੀ ਜਿਹੜੀ ਹੈਗੀ ਹੈ ਬੀਜੇਪੀ ਦੀ ਸੋਚੀ ਸਮਝੀ ਸਾਜ਼ਿਸ਼ ਸੀਗੀ ਔਰ ਸਾਜ਼ਿਸ਼ ਦੇ ਤਹਿਤ ਹੀ ਇਹਨੇ ਸਾਰੀ ਕਾਰਵਾਈ ਕੀਤੀ ਹੈਗੀ ਆ। ਪਰ ਉਸੇ ਕੜੀ ਵਿੱਚ ਅੱਜ ਆਪਾਂ ਦੇਖਦੇ ਹਾਂ ਕਿ ਲੋਕਾਂ ਨੂੰ, ਹਾਲਾਂਕਿ ਇਹਨਾਂ ਨੇ ਸਾਰੇ ਭਾਰਤ ਵਾਸੀਆਂ ਨੂੰ, ਸਾਰੀ ਦੁਨੀਆ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿ ਸਾਰੀ ਜੋ ਕਾਰਵਾਈ ਹੋਈ ਹੈ ਕਿਸਾਨ ਭਰਾਵਾਂ ਵੱਲੋਂ ਹੋਈ ਹੈ। ਪਰ ਲੋਕੀ ਅੱਜ ਕੱਲ੍ਹ ਬੜੇ ਪੜ੍ਹੇ ਲਿਖੇ ਹੈਗੇ ਨੇ, ਸਾਰੇ ਜਾਣਦੇ ਕਿ ਸਰਕਾਰ ਦੇ ਇਸ਼ਾਰੇ ਤੇ ਏਜੰਸੀਆਂ ਵੱਲੋਂ ਕਾਰਵਾਈ ਕੀਤੀ ਗਈ ਹੈ। ਔਰ ਜਿੰਨੀ ਵੀ ਕੱਲ੍ਹ ਦਾ ਜਿਹੜਾ ਸਿੰਘੂ ਬਾਰਡਰ ਤੇ ਵੀ ਦਿਖਾ ਰਹੇ ਸੀ ਇਹ ਉੱਥੇ ਝੜਪ ਹੋਈ ਹੈ ਜਾਂ ਲਾਠੀਚਾਰਜ ਇਹਨਾਂ ਨੇ ਦਿਖਾਇਆ ਹੈਗਾ, ਉਹ ਕਿਤੇ ਇੱਕਾ ਦੁੱਕਾ ਬਾਹਰਲੀ ਘਟਨਾ ਹੈਗੀ। ਕਿਉਂ ਜਿੱਥੇ ਸਾਡਾ ਮੇਨ ਧਰਨਾ ਹੈਗਾ ਸਿੰਘੂ ਬਾਰਡਰ ਤੇ ਉਹ ਇੰਟੈਕਟ ਉਸੇ ਤਰ੍ਹਾਂ ਵਾ, ਉੱਥੇ ਇਹਨਾਂ ਦੀ ਜੋ ਹਿੰਮਤ ਨਹੀਂ ਹੈਗੀ ਕਿ ਉੱਥੇ ਜਾ ਕੇ ਉੱਥੇ ਕੋਈ ਗੱਲਬਾਤ ਕਰ ਸਕਣ। ਤੇ ਇਸ ਕਰਕੇ ਇਹਨਾਂ ਦਾ ਇਹ ਸੀ ਭੜਕਾਊ ਸੀਗਾ ਕਿ ਲੋਕਾਂ ਨੂੰ ਡਰਾ ਧਮਕਾ ਕੇ ਜਿਹੜਾ ਅਸੀਂ ਵਾਪਸ ਭੇਜ ਦਈਏ। ਪਰ ਸਾਡੇ ਸਾਰੇ ਹੀ ਦੇਸ਼ ਦੇ ਔਰ ਖਾਸ ਕਰਕੇ ਸਾਡੇ ਪੰਜਾਬ ਦੇ, ਹਰਿਆਣੇ ਦੇ, ਯੂਪੀ ਦੇ ਸਾਰੇ ਕਿਸਾਨ ਭਰਾ ਵਧਾਈ ਦੇ ਪਾਤਰ ਹਨ ਕਿ ਉਹ ਅੱਜ ਵੀ ਜਿਹੜੇ ਹੈਗੇ ਨੇ ਉਹ ਸਾਰੇ ਇਕਜੁੱਟ ਹੋ ਕੇ ਜਿਹੜੇ ਕਿਸਾਨ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੈਗੇ ਨੇ ਔਰ ਆਪਣੀ ਹਰ ਕੁਰਬਾਨੀ ਦੇਣ ਵਾਸਤੇ ਤਿਆਰ ਹੈਗੇ। ਔਰ ਸਾਰੇ ਜਾਣਦੇ ਹੈ ਕਿ ਪਰਸੋਂ ਰਾਤ ਨੂੰ ਜਦੋਂ ਹੋਇਆ ਤਾਂ ਪਰਸੋਂ ਰਾਤ ਨੂੰ ਹੀ ਜਿਹੜੇ ਵੱਡੀ ਗਿਣਤੀ ਵਿੱਚ ਜਿਹੜੇ ਹੈਗੇ ਕਿਸਾਨ ਭਰਾ ਜਿਹੜੇ ਵਾਪਸ ਗਏ ਹੈਗੇ। ਹਾਲਾਂਕਿ ਇਹਨਾਂ ਬੀਜੇਪੀ ਸਰਕਾਰ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈਗੀ ਆ ਕਿ ਇਸ ਤਰ੍ਹਾਂ ਦਾ ਭੰਡੀ ਪ੍ਰਚਾਰ ਕੀਤਾ ਜਾਵੇ ਕਿ ਕਿਸਾਨ ਵਾਪਸ ਚਲੇ ਗਏ ਨੇ ਜਾਂ ਅਸੀਂ ਦੋ ਜਿਹੜੇ ਬਾਰਡਰਾਂ ਤੇ ਜਿਹੜੇ ਧਰਨੇ ਸੀ ਉਹ ਖਤਮ ਕਰ ਦਿੱਤੇ ਨੇ। ਪਰ ਇਹੀ ਕੋਈ ਗੱਲ ਨਹੀਂ ਔਰ ਸਾਨੂੰ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਦੀਆਂ ਜਿਹੜੀ ਲੁੰਬੜ ਚਾਲੀਆਂ ਹੈਗਾ ਇਹਨਾਂ ਤੋਂ ਜਾਣੂ ਰਹਿਣਾ ਚਾਹੀਦਾ ਔਰ ਇਹਨਾਂ ਨੂੰ ਇੱਟ ਦਾ ਇੱਟ ਜਿਹੜਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈਗਾ। ਔਰ ਆਉਣ ਵਾਲੇ ਸਮੇਂ ਵਿੱਚ ਵੀ ਜਦੋਂ ਇਹ ਇਹਨਾਂ ਨੇ ਹਜੇ ਤਾਂ ਇਹ ਕੇਂਦਰ ਸਰਕਾਰ ਜਿਹੜੀ ਹੈਗੀ ਹੈ, ਮੰਤਰੀ ਸ਼ੰਤਰੀ ਜਿੰਨੇ ਬੈਠੇ ਨੇ ਇਹ ਸਾਰੇ ਹਜੇ ਇਹ ਕੁਰਸੀ ਦੇ ਨਸ਼ੇ 'ਚ ਉੱਥੇ ਬੈਠੇ ਹੈਗੇ। ਜਦੋਂ ਇਹਨਾਂ ਨੇ ਪਿੰਡਾਂ 'ਚ ਆਉਣਾ ਹੈਗਾ ਜਦ ਸ਼ਹਿਰਾਂ 'ਚ ਆਉਣਾ ਹੈਗਾ ਇਹਨਾਂ ਨੂੰ ਉਦੋਂ ਪਤਾ ਲੱਗਣਾ ਹੈ ਕਿ ਲੋਕਾਂ ਨੇ ਜਿਹੜਾ ਹੈਗਾ ਇਹਨਾਂ ਦੇ ਵਿੱਚ ਇੰਨਾ ਰੋਹ ਹੈਗਾ। ਔਰ ਇਹ ਸਾਰੀ ਜਿਹੜੀ ਕਰਤੂਤ ਹੈਗੀ ਆ ਸਾਰੀ ਇਹ ਬੀਜੇਪੀ ਸਰਕਾਰ ਦੇ ਇਸ਼ਾਰੇ ਤੇ ਹੋ ਰਹੀ ਹੈਗੀ ਹੈ। ਧਾਲੀਵਾਲ ਸਾਹਿਬ, ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਬੋਰਡ ਲੱਗ ਚੁੱਕਿਆ ਵੀ ਭਾਜਪਾ ਦੀ ਐਂਟਰੀ ਨਹੀਂ ਹੈਗੀ ਤੇ ਬਹੁਤ ਸਾਰੇ ਜਿਹੜੇ ਖਾਸ ਤੌਰ ਤੇ ਪਿੰਡਾਂ ਦੇ ਕਿਸਾਨ ਲੀਡਰ ਹੈਗੇ ਆ, ਜੱਟ ਜ਼ਿਮੀਂਦਾਰ ਆ, ਜਿਹੜੇ ਦਸਤਾਰਾਂ ਹੀ ਬੰਨ੍ਹਦੇ ਆ, ਉਹਨਾਂ ਨੇ ਅਸਤੀਫੇ ਦੇਣੇ ਵੀ ਸ਼ੁਰੂ ਕਰ ਦਿੱਤੇ ਆ। ਤੇ ਆਉਣ ਵਾਲੇ ਸਮੇਂ ਵਿੱਚ ਕਿੱਦਾਂ ਦੇ ਹਾਲਾਤ ਦੇਖਦੇ ਹੋ ਭਾਜਪਾ ਦੇ? ਜਿਸ ਤਰ੍ਹਾਂ ਕਿ ਆਪਾਂ ਪਿਛਲੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ 3-4 ਮਹੀਨਿਆਂ ਤੋਂ ਜਿਹੜਾ ਹੈਗਾ ਜਾਂ 4-5 ਮਹੀਨਿਆਂ ਤੋਂ ਜਿਹੜਾ ਹੈਗਾ ਬੀਜੇਪੀ ਸਰਕਾਰ ਦੇ ਖਿਲਾਫ ਰੋਸ ਹੈਗਾ। ਹੁਣ ਜਿਹੜਾ ਹੈਗਾ ਪਿਛਲੇ ਜਦੋਂ ਤੋਂ ਆਪਾਂ 2.5 ਮਹੀਨਿਆਂ ਤੋਂ ਜਿਹੜਾ ਧਰਨਾ ਆਪਣਾ ਬਾਰਡਰਾਂ ਤੇ ਲਾਇਆ ਹੋਇਆ ਹੈਗਾ, ਉਸ ਤੋਂ ਬਾਅਦ ਇਹਨਾਂ ਦੀਆਂ ਕਿਉਂਕਿ ਬੇਸ਼ੱਕ ਦੀ ਆਪਣੇ ਸੋਮ ਪ੍ਰਕਾਸ਼ ਜੀ ਹੈਗੇ ਨੇ ਜਿਹੜੇ ਕਿ ਕੇਂਦਰੀ ਮੰਤਰੀ ਹੈਗੇ ਨੇ, ਉਹਨਾਂ ਨੇ ਅੱਜ ਤੱਕ ਇੱਕ ਵਾਰੀ ਵੀ ਕਿਸਾਨ ਭਰਾਵਾਂ ਦੇ ਹੱਕ ਵਿੱਚ ਨਾਰਾ ਨਹੀਂ ਲਾਇਆ। ਔਰ ਉੱਥੇ ਜਾ ਕੇ ਮੀਟਿੰਗ 'ਚ ਕੋਈ ਇਹਨਾਂ ਨੇ ਸਰਕਾਰ ਜੋ ਅਸਲੀ ਜੋ ਪ੍ਰੋਬਲਮ ਹੈਗੀ ਆ ਉਹਦੀ ਜਿਹੜੀ ਹੈਗੀ ਆ ਜਾਣਕਾਰੀ ਜਿਹੜੀ ਕਿ ਕੇਂਦਰ ਸਰਕਾਰ ਤੱਕ ਪਹੁੰਚਾਈ ਨਹੀਂ ਹੈਗੀ। ਔਰ ਇਹੀ ਜਿਹੜੇ ਪਿੱਛੇ ਹੀ ਸੋਮ ਪ੍ਰਕਾਸ਼ ਜੀ ਪਿੱਛੇ ਹੀ ਸਾਰੇ ਜਿੰਨੇ ਬੀਜੇਪੀ ਦੇ ਲੀਡਰ ਹੈਗੇ ਨੇ ਇਹ ਹੁਣ ਤੱਕ ਇਹੀ ਕਹਿੰਦੇ ਰਹੇ ਜੀ ਇੱਕਾ ਦੁੱਕਾ ਕਿਸਾਨ ਹੈਗੇ ਨੇ, ਬਾਕੀਆਂ ਦਾ ਕੋਈ ਜ਼ਿਆਦਾ ਹੋਲ ਨਹੀਂ ਹੈਗਾ। ਔਰ ਪਿਛਲੇ 2 ਮਹੀਨਿਆਂ ਵਿੱਚ ਸਾਰੇ ਹੀ ਕਿਸਾਨ ਭਰਾਵਾਂ ਨੇ ਦਿਖਾ ਦਿੱਤਾ ਹੈਗਾ ਕਿ ਬੇਸ਼ੱਕ ਦੀ ਕੋਈ ਆੜਤੀਆ ਸਾਹਿਬਾਨ ਹੋ, ਬੇਸ਼ੱਕ ਦੀ ਕੋਈ ਲੇਬਰ ਹੈਗੀ ਆ, ਬੇਸ਼ੱਕ ਦੀ ਵਪਾਰੀ ਵਰਗ ਹੈ, ਬੇਸ਼ੱਕ ਦੀ ਕੋਈ ਵੀ ਵਰਗ ਹੈਗਾ, ਸਾਰੇ ਜਿਹੜੇ ਇਕਜੁੱਟ ਜਿਹੜੇ ਕਿਸਾਨ ਭਰਾਵਾਂ ਦੇ ਨਾਲ ਖੜੇ ਹੈਗੇ ਨੇ। ਔਰ ਮੈਂ ਉਮੀਦ ਸਾਨੂੰ ਜਿਸ ਤਰ੍ਹਾਂ ਕਿ ਪਿੰਡਾਂ ਵਿੱਚ ਹੈਗਾ ਕਿ ਹੁਣ ਜਿਹੜਾ ਬੀਜੇਪੀ ਨੂੰ ਪਿੰਡਾਂ ਵਿੱਚ ਲੋਕੀ ਵੜਨ ਨਹੀਂ ਦਿੰਦੇ ਹੈਗੇ। ਰਾਤ ਦੀ ਗੱਲ ਫਤਿਹਗੜ੍ਹ ਸਾਹਿਬ ਅਸ਼ਵਨੀ ਸ਼ਰਮਾ ਜਿਹੜੇ ਪ੍ਰਧਾਨ ਹੈਗੇ ਉਹ ਗਏ ਤਾਂ ਉਹਨਾਂ ਨੂੰ ਵੀ ਉੱਥੇ ਜਿਹੜਾ ਲੋਕਾਂ ਨੇ ਭਜਾਇਆ ਹੈਗਾ। ਤਾਂ ਇਸ ਕਰਕੇ ਕਿਸੇ ਵੀ ਪਿੰਡ ਵਿੱਚ ਜਾਂ ਸ਼ਹਿਰ ਵਿੱਚ ਆਉਣ ਵਾਲੇ ਸਮੇਂ ਵਿੱਚ ਆਉਣਗੇ
ਤਾਂ ਲੋਕੀ ਇਹਨਾਂ ਨੂੰ ਬੇਖੂਬੀ ਜੋ ਇਹਨਾਂ ਨੇ ਉੱਥੇ ਜਿਹੜੀ ਇਹ ਭੰਡੀ ਪ੍ਰਚਾਰ ਕਰ ਰਹੇ ਨੇ ਉਹਦਾ ਜਿਹੜਾ ਹੈਗਾ ਜ਼ਰੂਰ ਜਿਹੜਾ ਹੈਗਾ ਜਵਾਬ ਜਿਹੜਾ ਕਿਸਾਨ ਭਰਾ ਜਾਂ ਪਿੰਡ ਵਾਸੀ ਸਾਡੇ ਦੇਣਗੇ। ਭਾਜਪਾ ਦੇ ਲੀਡਰਾਂ ਨੂੰ ਕਾਫੀ ਤਕੜਾ ਜਵਾਬ ਦੇ ਰਹੇ ਆ ਕਿਸਾਨ। ਪਿੱਛੇ ਜੇ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ, ਤੀਕਸ਼ਣ ਸੂਦ ਦੇ ਘਰ ਗੋਹੇ ਦੀ ਟਰਾਲੀ ਵੀ ਸਿੱਟੀ ਸੀਗੀ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ 307 ਦਾ ਪਰਚਾ ਦਰਜ ਕਰ ਦਿੱਤਾ ਗਿਆ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜੀ ਕਿ ਵਿੱਚ ਜਦੋਂ ਪਏ ਆ ਤੇ ਪਰਚਾ ਤਾਂ ਰੱਦ ਹੋ ਗਿਆ, ਪਰ ਉਸ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਘਟਨਾ? ਸਾਰੇ ਆਪਾਂ ਜਾਣਦੇ ਕਿ ਉਦੋਂ ਜਿਹੜਾ ਹੈਗਾ ਉਦੋਂ ਇਹ ਵੀ ਜਿਹੜੀ ਹੈਗਾ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ ਸੀਗਾ, ਪਰ ਉਦੋਂ ਜਦੋਂ ਕਿ ਆਪਣੇ ਸੂਦ ਸਾਹਿਬ ਜਦੋਂ ਬੋਲੇ ਹੈਗੇ ਨੇ ਇਹ ਤਾਂ ਉਹਦੇ ਖਿਲਾਫ ਜਿਹੜਾ ਹੈਗਾ ਕਿਸਾਨਾਂ ਦਾ ਰੋਸ ਸੀਗਾ। ਔਰ ਬਹੁਤ ਵੱਡੀ ਗਿਣਤੀ ਵੀ ਜਿਹੜਾ ਫਗਵਾੜੇ 'ਚੋਂ ਸਾਡੇ ਕਿਸਾਨ ਭਰਾ ਗਏ ਸੀਗੇ, ਉਹਦੇ ਵਿੱਚੋਂ ਸਾਡੇ ਵੀ ਕਾਫੀ ਜਿਹੜੇ ਇੱਥੋਂ ਆੜ੍ਹਤੀਆ ਸਾਹਿਬਾਨ ਹੋਰ ਵੀ ਬੰਦੇ ਗਏ ਸੀਗੇ। ਉਹ ਸਾਰਿਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਜਾ ਕੇ ਜਿਹੜਾ ਹੈਗਾ ਸਰਕਾਰ ਨੂੰ ਮਜਬੂਰ ਕਰ ਦਿੱਤਾ। ਔਰ ਸਾਰੇ ਜਾਣਦੇ ਹੈ ਕਿ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਉਹ ਪਹਿਲੇ ਦਿਨ ਤੋਂ ਹੀ ਜਿਹੜਾ ਹੈਗਾ ਉਹ ਕਿਸਾਨ ਭਰਾਵਾਂ ਦੇ ਨਾਲ ਹੈ। ਬੇਸ਼ੱਕ ਜੋ ਉਹਨੇ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਹੈਗੇ ਨੇ ਔਰ ਹੋਰ ਵੀ ਜਿਹੜਾ ਹੈਗਾ ਸਾਰੇ ਕਿਸਾਨ ਭਰਾ ਜਿਹੜੇ ਸ਼ਹੀਦ ਹੋਏ ਨੇ ਜਿਹਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਉਹਨਾਂ ਨੂੰ ਨੌਕਰੀ ਦੇਣ ਦਾ ਅਤੇ ਨਾਲ ਹੀ 5-5 ਲੱਖ ਰੁਪਏ ਦੇਣ ਦਾ ਵੀ ਸਰਕਾਰ ਵੱਲੋਂ ਐਲਾਨ ਹੋ ਚੁੱਕਾ ਹੈਗਾ। ਤਾਂ ਇਸ ਕਰਕੇ ਇਹਦੇ ਵਿੱਚ ਕੋਈ ਪਾਰਟੀ ਧਿਰ ਨਹੀਂ ਹੈਗੀ, ਕਿਉਂਕਿ ਅਸੀਂ ਸਾਰੇ ਕਿਸਾਨ ਭਰਾ ਹੈਗੇ, ਕਿਉਂਕਿ ਆਪਾਂ ਸਾਰੇ ਪਿੰਡਾਂ ਨੂੰ ਬਿਲੋਂਗ ਕਰਦੇ ਹਾਂ, ਸਾਰੇ ਖੇਤੀ ਕਰਦੇ ਹਾਂ, ਸਾਰੇ ਕਿਸਾਨ ਹੈਗੇ। ਤਾਂ ਇਸ ਕਰਕੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਇਸ ਦੁੱਖ ਦੀ ਘੜੀ ਵਿੱਚ ਜੋ ਔਖਾ ਸਮਾਂ ਹੈਗਾ ਇਹਨੂੰ ਅਸੀਂ ਮੋਢੇ ਨਾਲ ਮੋਢਾ ਲਾ ਕੇ ਅਸੀਂ ਲੜਾਂਗੇ ਔਰ ਆਉਣ ਵਾਲੇ ਸਮੇਂ ਵਿੱਚ ਜਿੱਤ ਜ਼ਰੂਰ ਪ੍ਰਾਪਤ ਕਰਾਂਗੇ। ਸਮੁੱਚੀ ਕਾਂਗਰਸ, ਆਮ ਆਦਮੀ, ਬੀਐਸਪੀ, ਅਕਾਲੀ ਦਲ ਸਾਰੇ ਕਿਸਾਨਾਂ ਦੇ ਹੱਕ ਵਿੱਚ ਡਟੇ ਹੋਏ ਆ, ਤਾਂ ਭਾਜਪਾ ਕਿਉਂ ਅਜੇ ਵੀ ਅੜੀਏ ਰਵੱਈਏ ਤੇ ਖੜੀ ਆ ਤੇ ਦੂਜੇ ਪਾਸੇ ਉੱਥੇ ਬਾਰਡਰਾਂ ਦੇ ਕਿਸਾਨਾਂ ਦੇ ਜ਼ੁਲਮ ਢਾ ਰਹੀ ਆ? ਕਿਉਂਕਿ ਆਪਾਂ ਸਾਰੇ ਜਾਣਦੇ ਕਿ ਹਜੇ ਉਹਨਾਂ ਦਾ ਕੁਰਸੀ ਦਾ ਨਸ਼ਾ ਹੈਗਾ ਉਹਨਾਂ ਕੋਲੇ, ਔਰ ਸਾਰੇ ਆਪਾਂ ਜਾਣਦੇ ਕਿ ਮੋਦੀ ਜਿਹੜਾ ਹੈਗਾ ਜੋ ਕਿ ਸਾਡੇ ਪ੍ਰਾਈਮ ਮਿਨਿਸਟਰ ਹੈਗੇ, ਮੰਤਰੀ ਹੈਗੇ, ਪ੍ਰਧਾਨ ਮੰਤਰੀ ਹੈਗੇ ਨੇ, ਉਹ ਅਡਾਨੀ ਤੇ ਅੰਬਾਨੀ ਪੂੰਜੀਪਤੀਆਂ ਦੇ ਹੱਥ ਵਿੱਚ ਖੇਡ ਰਹੇ ਹੈਗੇ ਨੇ। ਔਰ ਇਹ ਜਿਹੜੇ ਕਾਨੂੰਨ ਲਾਗੂ ਹੋਏ ਨੇ ਇਹ ਕਿਤੇ ਹੁਣੇ ਲਾਗੂ ਨਹੀਂ ਹੋਏ ਹੈਗੇ ਨੇ, ਇਹ ਜਿਹੜੇ ਪਿਛਲੇ 3-4 ਸਾਲ ਤੋਂ ਜਦੋਂ ਤੋਂ ਇਹਨਾਂ ਤੋਂ ਸਾਈਲੋ ਵਗੈਰਾ ਬਣਾਏ ਇਹਨਾਂ ਨੇ, ਜਿੱਥੇ ਸਾਰੇ ਰੇਲਵੇ ਟਰੈਕ ਵਸਾਏ ਨੇ, ਸਾਈਲੋ ਬਣਾਏ ਨੇ, ਉਹ ਸਭ ਤੋਂ ਪਹਿਲਾਂ ਹੀ ਇਹਨਾਂ ਦਾ ਸੀਗਾ। ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ, ਕਿਉਂਕਿ ਸਾਰੇ ਜਾਣਦੇ ਹੈਗੇ ਕਿ ਜਿਹੜੀ ਤੇਲ ਹੈਗਾ ਜਿਹੜਾ ਹੈਗਾ ਉਹਦੀ ਬੁਨਿਆਦ ਜਿਹੜੀ 30-40 ਸਾਲ ਦੀ ਹੋਰ ਹੈਗੀ ਆ, ਵੱਧ ਤੋਂ ਵੱਧ 50 ਸਾਲ ਚੱਲ ਸਕਦਾ। ਤਾਂ ਇਹ ਜਿਹੜੇ ਘਰਾਨੇ ਹੈਗੇ ਉਹ ਐਡਵਾਂਸ ਦੇ ਕੇ ਚੱਲਦੇ ਹੈਗੇ। ਤਾਂ ਇਹਨਾਂ ਨੇ ਦੇਖਿਆ ਕਿ ਕਿਉਂ ਨਾ ਇਹਨੂੰ ਸਾਡੀ ਜਿਹੜੀ ਤੇਲ ਇੰਡਸਟਰੀ ਉਹ ਖਤਮ ਹੋ ਜਾਣੀ ਹੈ, ਤਾਂ ਅਸੀਂ ਕਿਉਂ ਨਾ ਅਸੀਂ ਜਿਹੜਾ ਹੈਗਾ ਖੇਤੀ ਤੇ ਜੋ ਖੇਤੀ ਦੀ ਉਪਜ ਹੈਗੀ ਆ ਜੋ ਮੰਡੀਆਂ ਵਿੱਚ ਹੈਗੇ ਆ, ਔਰ ਜੇ ਕਿ ਨੈਟਵਰਕ ਹੈ ਜਿਹੜਾ ਕਿ FCI ਦੇ ਰਾਹੀਂ ਸਾਰਾ ਸਿਸਟਮ ਚੱਲਦਾ ਸੀ ਉਹਨੂੰ ਡੀਰੇਲ ਕਰਕੇ ਇਹਨਾਂ ਨੇ ਕੋਸ਼ਿਸ਼ ਹੈਗੀ ਹੈ ਕਿ ਸਾਰੇ ਜਿਹੜੀ ਫੂਡ ਇੰਡਸਟਰੀ ਆ ਉਹ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈਗੀ ਹੈ। ਆਖਰ ਦੇ ਵਿੱਚ ਤੁਸੀਂ ਪੰਜਾਬੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਨ੍ਹਾਂ ਦੇ ਵਿੱਚ ਥੋੜੀ ਜਿਹੀ ਨਿਰਾਸ਼ਾ ਸੀ, ਕਿਉਂਕਿ ਨੈਸ਼ਨਲ ਮੀਡੀਆ ਵੱਲੋਂ ਬਾਰ-ਬਾਰ ਕਿਹਾ ਕਿ ਇੱਥੇ ਦੰਗੇ ਹੋ ਰਹੇ ਆ, ਇੱਥੇ ਪੁਲਿਸ ਆ ਗਈ, ਇੱਥੇ ਫੌਜ ਲੱਗ ਗਈ ਆ, ਤੇ ਭਾਜਪਾ ਵੱਲੋਂ ਕਾਫੀ ਡਰਾਇਆ ਜਿਹਾ ਨਿਰਾਸ਼ਾ ਜੀ ਪਾਈ ਜਾ ਰਹੀ ਸੀ, ਪਰ ਅੱਜ ਤੁਸੀਂ ਵੀ ਇੱਥੇ ਪਹੁੰਚੇ ਹੋ ਤੇ ਬਹੁਤ ਸਾਰੇ ਕਿਸਾਨ ਆਗੂ ਜਿਹੜਾ ਕਾਫਲੇ ਲੈ ਕੇ ਉੱਥੇ ਵਾਪਸ ਜਾ ਰਹੇ ਆ। ਸਾਰੇ ਆਪਾਂ ਜਾਣਦੇ ਕਿ ਜਿਹੜਾ 26 ਜਨਵਰੀ ਜਿਹੜਾ ਮੀਡੀਆ ਗੋਦੀ ਮੀਡੀਆ ਜਿਹੜਾ ਹੈਗਾ ਇਹਨੇ ਜਿਹੜਾ ਹੈਗਾ ਸਾਰੀ ਕੋਸ਼ਿਸ਼ ਕੀਤੀ ਹੈਗੀ ਆ। ਇਹਨਾਂ ਨੇ ਕੱਲੀ ਲਾਲ ਕਿਲੇ ਵਾਲੀ ਜਿਹੜੀ ਉੱਥੇ ਇਨਸੀਡੈਂਟ ਸੀਗਾ ਉਹਨੂੰ ਹਾਈਲਾਈਟ ਕੀਤਾ ਹੈਗਾ। ਬਾਕੀ ਨੇ ਦੇਖਿਆ ਨੇ ਵੀ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਵੱਲੋਂ ਉਹ ਆਪਣੇ ਤੈਅਸ਼ੁਦਾ ਰੂਟ ਤੇ ਚੱਲੇ ਹੈਗੇ ਨੇ, ਔਰ ਉਹਨਾਂ ਵੱਲੋਂ ਇਹੋ ਜਿਹੀ ਕੋਈ ਵੀ ਕਿਸਾਨ ਜਥੇਬੰਦੀ ਦਾ ਕੋਈ ਲੀਡਰ ਜਾਂ ਕੋਈ ਕਿਸਾਨ ਭਰਾ ਅਜਿਹਾ ਨਹੀਂ ਹੈਗਾ ਜਿਹੜਾ ਕਿ ਇਹਨੇ ਲਾਲ ਕਿਲੇ ਤੇ ਜਾ ਕੇ ਜਾਂ ਕਿਤੇ ਹੋਰ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੋਵੇ। ਪਰ ਇਹ ਸਾਰਾ ਜਿਹੜਾ ਮੋਦੀ ਦੀ ਮੀਡੀਆ ਦੀ ਖੇਡ ਸੀਗੀ, ਔਰ ਅੱਜ ਵੀ ਜਿਹੜਾ ਹੈਗਾ ਉਹੀ ਇਨਸੀਡੈਂਟ ਦਿਖਾ ਰਹੇ ਹੈਗੇ ਨੇ। ਬਾਕੀ ਆਪਾਂ ਨੂੰ ਕਿਸੇ ਨੂੰ ਨਹੀਂ ਦਿਖਾ ਰਹੇ ਕਿ ਹਜੇ ਵੀ ਜਿਹੜੇ ਕਿਸਾਨ ਜਥੇਬੰਦੀਆਂ ਜਾਂ ਬਾਰਡਰਾਂ ਤੇ ਉਸੇ ਤਰ੍ਹਾਂ ਡਟੇ ਹੈ ਨੇ, ਲੱਖਾਂ ਦੀ ਤਾਦਾਦ 'ਚ ਉੱਥੇ ਕਿਸਾਨ ਹੈਗੇ। ਤਾਂ ਅੱਜ ਵੀ ਜਿਹੜੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਹੈਗਾ ਫਗਵਾੜੇ ਵਿੱਚੋਂ ਵੀ, ਸਾਰੇ ਸਾਡੇ ਪੰਜਾਬ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਭਰਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਗਾਉਣ ਲਈ ਫਿਰ ਜਾ ਰਹੇ ਹੈਗੇ, ਤਾਂ ਜੋ ਉਹਨਾਂ ਨੂੰ ਹੋਵੇ ਕਿ ਆਖਰੀ ਦਮ ਤੱਕ ਜਿਹੜਾ ਹੈਗਾ ਅਸੀਂ ਆਖਰੀ ਦਮ ਤੱਕ ਜਦ ਤੱਕ ਲੜਾਈ ਜਿੱਤੀ ਨਹੀਂ ਜਾਂਦੀ ਉਦੋਂ ਤੱਕ ਸਾਰੇ ਨਾਲ ਖੜੇ ਹੈਗੇ। ਇਹ ਸਨ ਫਗਵਾੜਾ ਤੋਂ MLA ਸਰਦਾਰ ਬਲਵਿੰਦਰ ਸਿੰਘ ਧਾਲੀਵਾਲ, ਜਿਹੜੇ ਆਪਣੇ ਸਾਥੀਆਂ ਸਮੇਤ ਜਿਹੜਾ ਕਿ ਕਿਸਾਨਾਂ ਨੂੰ ਸਮਰਥਨ ਦੇ ਰਹੇ ਆ, ਤੇ ਇਹਨਾਂ ਦਾ ਇਹੀ ਕਹਿਣਾ ਵੀ ਨਿਰਾਸ਼ ਹੋਣ ਦੀ ਲੋੜ ਨਹੀਂ, ਜੰਗ ਉਦੋਂ ਤੱਕ ਜਾਰੀ ਆ ਜਦ ਤੱਕ ਅਸੀਂ ਜਿੱਤਾਂਗੇ ਨਹੀਂ, ਜਿੱਤਣ ਤੋਂ ਬਿਨਾਂ ਨਹੀਂ ਮੁੜਨਾ। ਕੈਮਰਾਮੈਨ ਪਵਨ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ TV ਫਗਵਾੜਾ। ਹੁਣ ਸਮੱਸਿਆ ਭਾਵੇਂ ਕਿੱਡੀ ਵੀ ਵੱਡੀ ਹੋਵੇ, ਤੁਹਾਨੂੰ ਘਬਰਾਉਣ ਦੀ ਨਹੀਂ ਲੋੜ। ਤੁਹਾਡੀ ਹਰ ਸਮੱਸਿਆ ਦਾ ਤਾਂਤਰਿਕ ਵਿਧੀ ਦੁਆਰਾ ਸਵਾਮੀ ਕ੍ਰਿਸ਼ਨਾ ਜੀ ਕਰਨਗੇ ਸਮਾਧਾਨ। ਤੁਸੀਂ ਰੋਂਦੇ ਹੋਏ ਆਓਗੇ ਤੇ ਹੱਸਦੇ ਹੋਏ ਜਾਓਗੇ। ਜਿਵੇਂ ਕਾਰੋਬਾਰ 'ਚ ਘਾਟਾ, ਲਵ ਮੈਰਿਜ, ਵਸ਼ੀਕਰਨ, ਗ੍ਰਹਿ ਕਲੇਸ਼, ਪਤੀ ਪਤਨੀ 'ਚ ਅਣਬਣ, ਕੀਤਾ ਕਰਾਇਆ, ਕੰਮ ਬਣਦੇ ਵਿਗੜ ਜਾਣਾ, ਮਨ ਚਾਹਾ ਪਿਆਰ, ਵਿਦੇਸ਼ ਯਾਤਰਾ, ਦੁਸ਼ਮਣ ਤੋਂ ਛੁਟਕਾਰਾ, ਸੰਤਾਨ ਪ੍ਰਾਪਤੀ, ਘਰ 'ਚ ਖੂਨ ਦੇ ਛਿੱਟੇ ਆਉਣਾ, ਇਹਨਾਂ ਸਾਰੀਆਂ ਸਮੱਸਿਆਵਾਂ ਦਾ ਘਰ ਬੈਠੇ ਹੀ ਕਰਾਓ ਸਮਾਧਾਨ। ਆਪਣੇ ਹਰ ਦੁੱਖ ਨੂੰ ਸੁੱਖ ਵਿੱਚ ਬਦਲਣ ਲਈ ਹੁਣੇ ਕਾਲ ਕਰੋ। ਇੱਕ ਫੋਨ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ। ਫੋਨ ਨੰਬਰ 9968 37893।